ਬਾਇਨਰੀ ਇੰਸਟ੍ਰਕਟਰ ਦੇਖ ਰਹੇ ਸਾਰੇ ਵਿਦਿਆਰਥੀਆਂ ਦਾ ਸਵਾਗਤ ਹੈ। ਲਗਾਤਾਰ ਆਪਾਂ ਕੰਪਿਊਟਰ ਦੇ ਪੁਰਾਣੇ ਕੁਐਸਚਨ ਕਰ ਰਹੇ ਹਾਂ। ਪੰਜਾਬ ਪੁਲਿਸ ਕਾਂਸਟੇਬਲ ਦੇ ਵਿੱਚ ਜਿਹੜੇ ਸਵਾਲ ਪੁੱਛੇ ਗਏ ਨੇ ਉਹਨਾਂ ਦੇ ਬਾਰੇ ਆਪਾਂ ਡਿਸਕਸ ਕਰ ਰਹੇ ਹਾਂ। ਸੋ ਇਸ ਤੋਂ ਪਹਿਲਾਂ ਆਪਾਂ ਦੋ ਪਾਰਟ ਆਲਰੇਡੀ ਬਣਾ ਚੁੱਕੇ ਹਾਂ, ਜਿਹਦੇ ਵਿੱਚ ਆਪਾਂ 25 ਸਤੰਬਰ ਦੇ ਸ਼ਿਫਟ 1 ਤੇ ਸ਼ਿਫਟ 2 ਦੇ ਸਵਾਲ ਆਪਾਂ ਦੇਖ ਚੁੱਕੇ ਹਾਂ। ਬੇਸ਼ੱਕ ਕੁਐਸਚਨ 5 ਹੀ ਆਉਂਦੇ ਨੇ, ਪਰ ਆਪਾਂ ਕਹਿ ਦਈਏ ਵੀ ਬਹੁਤ ਸੌਖਾ ਲੈਵਲ ਵੀ ਨਹੀਂ ਹੈਗਾ। ਜਿਵੇਂ PEE ਨਾਲੋਂ ਥੋੜਾ ਜਿਹਾ ਲੈਵਲ ਆਪਾਂ ਤਾਂ ਤੁਸੀਂ ਜੇਕਰ ਉਹ ਪਹਿਲਾਂ ਵਾਲੀਆਂ ਵੀਡੀਓ ਨਹੀਂ ਦੇਖੀਆਂ ਤਾਂ ਪਹਿਲਾਂ ਉਹ ਜ਼ਰੂਰ ਦੇਖਿਓ ਜਾ ਕੇ। ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਕੰਪਿਊਟਰ ਦਾ ਬਾਕੀ ਦਾ ਪੋਰਸ਼ਨ ਵੀ ਕਵਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਸਾਰਾ ਹੀ ਕਵਰ ਕੀਤਾ ਹੋਇਆ ਫ੍ਰੀ ਆਫ ਕਾਸਟ ਅਵੇਲੇਬਲ ਹੈ YouTube ਤੇ। ਚੈਪਟਰ ਵਾਈਜ਼ ਤੁਸੀਂ ਦੇਖ ਸਕਦੇ ਹੋ, ਜਿਹਦੇ ਗ੍ਰੈਂਡ ਸੀਰੀਜ਼ ਤੇ ਦੂਸਰੀ ਹੈ ਆਫਿਸ ਪ੍ਰੋਡਕਟਿਵਿਟੀ ਟੂਲ, ਸ਼ਾਰਟਕਟ ਕੀਜ਼ ਤੇ ਐਬਰੀਵੇਸ਼ਨ, ਸਾਰਾ ਕੁਝ ਤੁਹਾਨੂੰ ਚੈਨਲ ਤੇ ਮਿਲ ਜੂਗਾ, ਤਾਂ ਤੁਸੀਂ ਜ਼ਰੂਰ ਜਾ ਕੇ ਦੇਖੋ। ਸੋ ਆਪਾਂ ਸਟਾਰਟ ਕਰਦੇ ਹਾਂ ਇਸ ਵੀਡੀਓ ਦੇ ਵਿੱਚ। 26 ਸਤੰਬਰ ਸ਼ਿਫਟ 1 ਦੇ ਵਿੱਚ ਜਿਹੜੇ ਸਵਾਲ ਪੁੱਛੇ ਗਏ ਸੀ, ਕਹਿੰਦਾ ਇਨ ਵਿਚ ਜਨਰੇਸ਼ਨ ਆਉਣਾ ਸੀ, ਇਨ ਵਿਚ ਜਨਰੇਸ਼ਨ ਆਫ ਕੰਪਿਊਟਰ ਡਸ ENIAC ਬਿਲੋਂਗਸ ਟੂ। ਕਹਿੰਦਾ ENIAC ਇੱਕ ਡਿਵਾਈਸ ਹੁੰਦਾ, ਉਹ ਕਿਹੜੀ ਜਨਰੇਸ਼ਨ ਦੇ ਨਾਲ ਬਿਲੋਂਗ ਕਰਦਾ, ਸੈਕਿੰਡ, ਥਰਡ, ਫਸਟ ਤੇ ਫੋਰਥ। ਠੀਕ ਹੈ, ਸੋ ਆਪਾਂ ਦੇਖ ਲੈਂਦੇ ਹਾਂ। ENIAC ਦੀ ਐਬਰੀਵੇਸ਼ਨ ਪੁੱਛ ਸਕਦਾ ਹੈ, ਇਲੈਕਟ੍ਰੋਨਿਕ ਨੂਮੈਰੀਕਲ ਇੰਟੀਗ੍ਰੇਟਰ ਐਂਡ ਕੰਪਿਊਟਰ, ਬਿਲੋਂਗਸ ਟੂ ਫਸਟ ਜਨਰੇਸ਼ਨ ਆਫ ਕੰਪਿਊਟਰ। ਤੇ ਇਸੇ ਨੂੰ ਹੀ ਕਿਹਾ ਜਾਂਦਾ ਹੈਗਾ ਫਸਟ ਇਲੈਕਟ੍ਰੋਨਿਕ ਜਨਰਲ ਪਰਪਸ ਕੰਪਿਊਟਰ। ਜੇ ਸਵਾਲ ਪੁੱਛ ਲੇ ਵੀ ਫਸਟ ਜਨਰਲ ਪਰਪਸ ਇਲੈਕਟ੍ਰੋਨਿਕ ਕੰਪਿਊਟਰ ਕਿਹੜਾ ਸੀ, ਤਾਂ ENIAC ਹੀ ਸੀ। ENIAC ਦੀ ਐਬਰੀਵੇਸ਼ਨ ਪੁੱਛ ਸਕਦਾ ਹੈ। ਜਦੋਂ ਵਰਲਡ ਵਾਰ 2 ਲੱਗੀ ਹੋਈ ਸੀ ਉਦੋਂ ਇਹ ਮਤਲਬ ਕਿ ਡਿਜ਼ਾਈਨ ਕੀਤਾ ਸੀ, 1945 ਦੇ ਵਿੱਚ ਸ਼ੁਰੂ ਹੋਇਆ ਸੀ, 1946 ਦੇ ਵਿੱਚ ਇਹ ਬਣ ਕੇ ਤਿਆਰ ਹੋ ਗਿਆ ਸੀ। ਦੋ ਬੰਦੇ ਮੇਨਲੀ ਜਿਨ੍ਹਾਂ ਨੂੰ ਕ੍ਰੈਡਿਟ ਜਾਂਦਾ, ਜੌਨ ਮੈਕੌਲੇ ਐਂਡ ਜੇ ਪ੍ਰੋਸਪਰ ਇਕਾਰਟ। ਠੀਕ ਹੈ, ਮੂਰੇ ਸਕੂਲ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ, ਯੂਨੀਵਰਸਿਟੀ ਆਫ ਪੈਨਸਿਲਵੇਨੀਆ, USA। ਠੀਕ ਹੈ, ਸੋ 1946 ਚ ਕੰਪਲੀਟ ਹੋ ਗਿਆ ਸੀ। ਮੇਨ ਕਾਹਦੇ ਲਈ ਸੀਗਾ ਇਹਦਾ ਕੰਮ, ਕੈਲਕੂਲੇਸ਼ਨ, ਆਰਟਿਲਰੀ ਟ੍ਰਾਜੈਕਟਰੀ ਕੀ ਹੁੰਦਾ ਵੀ ਜਿਵੇਂ ਇੱਥੋਂ ਆਪਾਂ ਨਿਸ਼ਾਨਾ ਲਾਉਣਾ ਵੀ ਇਹ ਵਾਲੀ ਮਿਜ਼ਾਈਲ ਜਿਹੜਾ ਆਪਾਂ ਫਾਇਰ ਕਰਾਂਗੇ ਉਹਦਾ ਟ੍ਰਾਜੈਕਟਰੀ ਆ ਪਾਥ ਬੋਲ ਦਿੰਦੇ ਆ ਅਸੀਂ। ਇਹ ਟ੍ਰਾਜੈਕਟਰੀ ਦੀਆਂ ਕੈਲਕੂਲੇਸ਼ਨਾਂ ਫਾਈਂਡ ਆਊਟ ਕਰਨ ਵਾਸਤੇ ਇਹ ਯੂਜ਼ ਹੋਇਆ ਸੀ ਉਦੋਂ। ਠੀਕ ਆ, ਬਾਕੀ ਤਾਂ ਇਹਦਾ ਤੁਹਾਨੂੰ ਪਤਾ ਹੀ ਹੈ ਵੀ ਇਹਦਾ ਸਾਈਜ਼ ਵੱਡਾ ਹੁੰਦਾ ਹੈ, ਬਿਲਡਿੰਗਸ ਦੇ ਵਿੱਚ ਆਉਂਦਾ ਹੈ, ਹੀਟ ਜ਼ਿਆਦਾ ਕੰਜ਼ਿਊਮ ਕਰਦਾ, AC ਵਗੈਰਾ ਲਗਾਉਣੇ ਪੈਂਦੇ ਨੇ ਨਾ, ਉਹ ਚਲੋ ਥਿਊਰੀ ਦੀਆਂ ਚੀਜ਼ਾਂ ਨੇ। ਤਾਂ ਇਹਦਾ ਆਨਸਰ ਹੈਗਾ C, ਫਸਟ। ਅਗਲਾ ਸਵਾਲ ਹੈ, ਵਿਚ ਦੀ ਫੋਲੋਇੰਗ ਪੇਅਰਸ ਆਫ ਡਿਵਾਈਸ ਟਾਈਪ ਇਜ਼ ਕਰੈਕਟ। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਦੋ ਸਟੇਟਮੈਂਟਾਂ ਦਿੱਤੀਆਂ ਹੋਈਆਂ ਨੇ, ਕਿਹੜੇ ਪੇਅਰ ਠੀਕ ਨੇ। ਪਹਿਲਾ ਹੈਗਾ IBR ਕਹਿੰਦਾ ਰਿਲੇਟ ਕਰਦਾ ਸਪੀਚ ਰਿਕੋਗਨੀਸ਼ਨ ਡਿਵਾਈਸ। IBR ਕਹਿੰਦਾ ਸਪੀਚ ਰਿਕੋਗਨੀਸ਼ਨ ਡਿਵਾਈਸ ਹੁੰਦਾ ਜਾਂ ਯੂਜ਼ ਕਰਦਾ। ਤੇ ATM ਦੇ ਵਿੱਚ ਕਹਿੰਦਾ ਇਲੈਕਟ੍ਰੋਨਿਕ ਕਾਰਡ ਆਪਾਂ ਯੂਜ਼ ਕਰਦੇ ਹਾਂ, ਹਨਾ। ਸੋ ਇਹ ਆਪਾਂ ਦੇਖ ਲੈਂਦੇ ਹਾਂ ਵੀ ਕਿਹੜਾ ਠੀਕ ਹੈ ਇਹਨਾਂ ਚੋਂ। IBR ਹੁੰਦਾ ਸਪੀਚ ਰਿਕੋਗਨੀਸ਼ਨ ਡਿਵਾਈਸ, IBR ਹੁੰਦਾ ਇੰਟਰੈਕਟਿਵ ਵੌਇਸ ਰਿਸਪੌਂਸ, ਯੂਜ਼ ਸਪੀਚ ਰਿਕੋਗਨੀਸ਼ਨ ਟੈਕਨੋਲੋਜੀ ਟੂ ਪ੍ਰੋਸੈਸ ਐਂਡ ਰਿਸਪੌਂਡ ਟੂ ਵੌਇਸ ਕਮਾਂਡਸ। ਠੀਕ ਹੈ, IBR ਇੱਕ ਡਿਵਾਈਸ ਇੰਟਰੈਕਟਿਵ ਵੌਇਸ ਰਿਸਪੌਂਸ ਹੁੰਦਾ। ਠੀਕ ਹੈ, ਸਪੀਚ ਰਿਕੋਗਨੀਸ਼ਨ ਡਿਵਾਈਸ ਦੇ ਵਿੱਚ ਇਹ ਟੈਕਨੋਲੋਜੀ ਯੂਜ਼ ਕੀਤੀ ਜਾਂਦੀ ਹੈ ਜੀ, ਮੇਨਲੀ ਜਿਹੜਾ ਇਹ ਪ੍ਰੋਸੈਸ ਕਰਦੀ ਹੈ। ਠੀਕ ਹੈ, ਟੂ ਪ੍ਰੋਸੈਸ ਐਂਡ ਰਿਸਪੌਂਡ ਵੌਇਸ ਕਮਾਂਡ, ਜਿਵੇਂ ਆਪਾਂ ਬੋਲਦੇ ਹਾਂ ਹਨਾ, ਉੱਥੇ ਇਹ ਰਿਸਪੌਂਡ ਕਰਨ ਦੇ ਲਈ IBR। ਦੂਸਰਾ ATM ਦੀ ਐਬਰੀਵੇਸ਼ਨ ਪੁੱਛ ਸਕਦਾ, ਆਟੋਮੇਟਡ ਟੈਲਰ ਮਸ਼ੀਨ, ਜਾਂ ਆਟੋਮੈਟਿਕ ਵੀ ਹੁੰਦਾ ਟੈਲਰ ਮਸ਼ੀਨ, ਆਰ ਐਕਸੈਸਡ ਯੂਜ਼ਿੰਗ ਇਲੈਕਟ੍ਰੋਨਿਕ ਕਾਰਡ। ਜਿਹੜੇ ਆਪਣੇ ਕੋਲ ATM ਕਾਰਡ ਹੁੰਦੇ ਨੇ ਉਹ ਇਲੈਕਟ੍ਰੋਨਿਕ ਕਾਰਡ ਹੁੰਦੇ ਨੇ, ਮੈਗਨੈਟਿਕ ਵੀ ਹੁੰਦੇ ਨੇ, ਉਹਦੇ ਚ ਮੈਗਨੈਟਿਕ ਮਟੀਰੀਅਲ ਹੁੰਦਾ ਹੈ ਨਾ, that store account information and allow customer to perform various banking transaction। ਕਲੀਅਰ ਹੋਈ ਗੱਲ। ਤਾਂ ਫਿਰ ਇਹਦਾ ਆਨਸਰ C ਹੈਗਾ, both 1 and 2 ਟਰੂ ਨੇ। ਅਗਲਾ ਸਵਾਲ ਹੈ, in MS Word 2019 used to find the end of document। ਕਹਿੰਦਾ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਸ਼ਾਰਟਕਟ ਡਾਕੂਮੈਂਟ ਦੇ ਐਂਡ ਤੇ ਜਾਣ ਲਈ ਵਰਤਿਆ ਜਾਂਦਾ, Alt and Control and Control Shift and Control Alt and, ਹਨਾ। ਸੋ ਆਪਾਂ ਪ੍ਰੈਕਟੀਕਲ ਵੀ ਕਰ ਲੈਂਦੇ ਹਾਂ, ਇਸ ਤੋਂ ਪਹਿਲਾਂ ਥੋੜੀ ਜਿਹੀ ਥਿਊਰੀ ਪੜ੍ਹ ਲੈਂਦੇ ਹਾਂ। ਜਿਵੇਂ ਮੂਵ ਦੀ ਕਰਸਰ ਐਂਡ ਆਫ ਦੀ ਕਰੰਟ ਲਾਈਨ, ਉੱਥੇ ਐਂਡ ਹੋਮ ਦੇ ਨਾਲ ਆਪਾਂ ਕਰੰਟ ਲਾਈਨ ਦੇ ਬਿਗਨਿੰਗ ਤੇ ਜਾਵਾਂਗੇ। ਜੇ ਡਾਕੂਮੈਂਟ ਦੇ ਐਂਡ ਤੇ ਜਾਣਾ ਤਾਂ ਕੰਟਰੋਲ ਐਂਡ, ਡਾਕੂਮੈਂਟ ਦੇ ਸਟਾਰਟਿੰਗ ਤੇ ਜਾਣਾ ਤਾਂ ਕੰਟਰੋਲ ਹੋਮ। ਤੇ ਪੇਜ ਅਪ ਤੇ ਪੇਜ ਡਾਊਨ ਵੀ ਹੁੰਦੇ ਨੇ, ਹਨਾ। ਇਹ ਕੀ ਕਰਦੇ ਨੇ, ਵਨ ਸਕਰੀਨ ਪੇਜ ਅਪ ਦੇ ਨਾਲ ਉੱਪਰ ਜਾਂਦੇ ਆ, ਡਾਊਨ ਪੇਜ ਡਾਊਨ ਦੇ ਨਾਲ ਵਨ ਸਕਰੀਨ ਆਪਾਂ ਡਾਊਨ ਜਾਂਦੇ ਹਾਂ। ਪ੍ਰੈਕਟੀਕਲ ਆਪਾਂ ਕਰਕੇ ਦੇਖ ਲੈਂਦੇ ਹਾਂ, ਥੋੜਾ ਜਿਹਾ ਆਈਡੀਆ ਹੋ ਜਾਊਗਾ ਜ਼ਿਆਦਾ ਆਪਾਂ ਨੂੰ। ਤਾਂ ਇੱਥੇ ਕੋਈ ਵੀ ਆਪਾਂ ਟੈਕਸਟ ਲਿਖ ਲੈਂਦੇ ਹਾਂ, ਇਜ਼ ਇਕੁਅਲ ਟੂ ਰੈਂਡ ਫੰਕਸ਼ਨ ਹੁੰਦਾ ਇੱਕ, ਹਨਾ। ਆਪਾਂ ਲਿਖਤਾ
लिखता 40 कॉमा, हाँ आप लिखता 40,30। तो 40,30 लिखण दे नाले रैंडम टैक्सट जनरेट हो गया है ना। ਇਹਦੇ ਵਿੱਚ ਆਪਾਂ ਇਹਦਾ कंट्रोल A सिलेक्ट करके थोड़ा जिहा एक तां वैसे फॉन्ट चेंज कर लेने, साइज थोड़ा जिहा वड्डा कर लेने, कंट्रोल J जस्टिफिकेशन के लिए है ना। हुण आपां खड़े इत्थे वर्ड ते, इत्थे आ वाले वर्ड ते ऑन स्क्रीन कीबोर्ड ले लेने आपां ऑन, ऑन स्क्रीन कीबोर्ड है ना। तो इत्थों आपां प्रेस करांगे, इत्थों आपां होम प्रेस करांगे, दोबारा प्रेस कर लेने, इत्थे होम ते आ, सॉरी वर्ड ते आ, होम प्रेस करांगे ना आपां डॉक्यूमेंट ते चले गए। तो होम काहदे लई वरतिया जांदा, जिहड़ी करंट लाइन होगी ਉਹਦੇ ਤੇ बिगिनिंग ते जावांगे। जे आपां एंड प्रेस कर दांगे तो कित्थे जावांगे, एंड ते चले गए। तो गल क्लीयर हो गई, होम ते एंड दे विच की फर्क आ। हुण सपोज करो अपना कर्सर इत्थे ही ब्लिंक करदा, प्रोफैशनली ते ब्लिंक कर रहा, ਤੇ ਜੇ ਆਪਾਂ ਪ੍ਰੈਸ ਕਰਦੇ ਆ ਕੰਟਰੋਲ ਤੇ ਨਾਲ ਆਪਾਂ ਹੋਮ, ਤਾਂ ਇੱਕ ਮਿੰਟ ਪ੍ਰੋਫੈਸ਼ਨਲੀ ਕੰਟਰੋਲ ਹੋਮ, ਆ ਦੇਖੋ ਵੀਡੀਓ ਦੇ ਅੱਗੇ ਆ ਗਿਆ ਨਾ। ਕੰਟਰੋਲ ਹੋਮ ਕੀ ਕਰਦਾ ਹੈ, ਡਾਕੂਮੈਂਟ ਦੇ ਬਿਗਨਿੰਗ ਤੇ ਲੈ ਜਾਂਦਾ। ਹੁਣ ਆਪਾਂ ਦੇਖਦੇ ਆ ਕੰਟਰੋਲ ਐਂਡ, ਤਾਂ ਬਿਲਕੁਲ ਐਂਡ ਤੇ ਚਲਾ ਗਿਆ। ਤਾਂ ਕੰਟਰੋਲ ਹੋਮ ਤੇ ਕੰਟਰੋਲ ਐਂਡ ਵੀ ਤੁਹਾਨੂੰ ਸਮਝ ਆ ਗਿਆ। पेज अप करते हैं आप, एक स्क्रीन उपर जाई जांदा, देखो पेज अप है ना, पेज अप, पेज डाउन दे नाल वन स्क्रीन नीचे जाई जांदा। सो मैनूं लगदा तुहानूं गल क्लीयर हो गई होनी है ना। प्रैक्टिकल करके देखिया करो, प्रैक्टिकल करना बहुत ज़्यादा जरूरी है। एक्सेल वर्ड पावर पॉइंट दे विच जिन्ना ही काम असीं प्रैक्टिकल करांगे उन्ना ही तुहानूं समझ भी आऊगा, ਤੇ ਕੱਲ ਨੂੰ ਜਦੋਂ ਤੁਹਾਨੂੰ ਜੌਬ ਲੱਗ ਗਈ ਇਹ ਆਦਤ ਪੈ ਜਾਂਦੀ ਹੈ ਯੂਜ਼ ਕਰਨ ਦੀ, ਹੈ ਨਾ। ਵੈਸੇ ਕੋਈ ਵੀ ਇਹਦਾ ਕੋਈ ਘੋਲ ਕੇ ਪਿਆਉਣ ਵਾਲੀ ਚੀਜ਼ ਤਾਂ ਹੈ ਨਹੀਂ ਵੀ ਇਹਨੂੰ ਆਪਾਂ ਯਾਦ ਰੱਖ ਲਈਏ। ਜਿੰਨਾ ਇਹਨਾਂ ਚੀਜ਼ਾਂ ਨੂੰ ਆਪਾਂ ਵਰਤਾਂਗੇ ਉਨਾ ਹੀ ਸਾਨੂੰ ਇਹ ਆਉਣਗੀਆਂ। ਜੇਕਰ ਤੁਹਾਡੇ ਕੋਲੇ ਲੈਪਟਾਪ ਕੰਪਿਊਟਰ ਹੈਗਾ, ਚਾਹੇ ਹੁਣ ਪੇਪਰ ਤੁਹਾਡਾ ਲੇਟ ਹੈ, ਪਰ ਇਹਨਾਂ ਚੀਜ਼ਾਂ ਨੂੰ ਯੂਜ਼ ਕਰਿਆ ਕਰੋ। ਥੋੜਾ ਬਹੁਤ ਆਦਤ ਪੈ ਜਾਂਦੀ ਹੈ। ਇਹ ਆਪਾਂ ਨੂੰ ਪੇਪਰ ਦੇ ਵਿੱਚ ਪਾਏ ਵੀ ਇਸੇ ਕਰਕੇ ਜਾਂਦੇ ਨੇ ਨਾ, ਵੀ ਅਸੀਂ ਇਹਨਾਂ ਨੂੰ ਯੂਜ਼ ਕਰਕੇ ਤੇ ਆਪਣਾ ਸਮਾਂ ਘਟਾਈਏ, ਠੀਕ ਆ। ਸੋ ਅੱਜ ਇੱਕ, ਕੱਲ ਨੂੰ 2 3 4 ਵਰਤਦੇ ਇਹ ਹੌਲੀ ਹੌਲੀ ਸਾਨੂੰ ਚੀਜ਼ਾਂ ਸਮਝ ਆਉਣ ਲੱਗ ਜਾਂਦੀਆਂ ਨੇ। ਇਹ ਤਾਂ ਫ੍ਰੀ ਦੇ ਨੰਬਰ ਹੁੰਦੇ ਨੇ ਯਾਰ ਐਕਸਲ ਵਰਡ ਪਾਵਰ ਪੁਆਇੰਟ ਦੇ ਵਿੱਚ। ਜੇ ਤੁਸੀਂ ਇਹਦੇ ਵਿੱਚ ਥੋੜੇ ਜਿਹੇ ਟ੍ਰੇਨ ਹੋ ਗਏ, ਨਾਲੇ ਤਾਂ ਤੁਹਾਨੂੰ ਚੀਜ਼ਾਂ ਸਮਝ ਆਉਣ ਲੱਗ ਜਾਣਗੀਆਂ। ਕੱਲ ਨੂੰ ਤੁਸੀਂ ਜੌਬ ਤੇ ਜਾਓਗੇ, ਤੁਸੀਂ ਬਾਕੀਆਂ ਦੇ ਨਾਲੋਂ ਤੁਹਾਡੀ ਸਪੀਡ ਫਾਸਟ ਹੋਊਗੀ। ਮੈਂ ਬਹੁਤ ਸਾਰੇ ਬੰਦੇ ਪੁਰਾਣੇ ਜਿਹੜੇ ਬੈਂਕਾਂ 'ਚ ਕੰਮ ਕਰਦੇ ਨੇ ਜਾਂ ਕਲਰਕ ਨੇ, ਮੈਂ ਦੇਖਿਆ ਵੀ ਵਿਚਾਰੇ ਜਿਹੜੇ ਮਤਲਬ ਕਿ ਉਵੇਂ ਹੀ ਕੰਮ ਕਰ ਰਹੇ ਨੇ, ਪੁਰਾਣੇ ਤਰੀਕੇ ਦੇ ਨਾਲ ਹੀ ਕੰਮ ਕਰ ਰਹੇ ਨੇ। ਸੋ ਹਮੇਸ਼ਾ ਹੀ ਸਾਨੂੰ ਲਰਨਿੰਗ ਐਟੀਟਿਊਡ ਰੱਖਣਾ ਚਾਹੀਦਾ, ਸਿੱਖਣਾ ਚਾਹੀਦਾ ਤੇ ਨਵੀਆਂ ਚੀਜ਼ਾਂ ਵਰਤਣੀਆਂ ਚਾਹੀਦੀਆਂ ਨੇ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਹਨੂੰ ਗੂਗਲ ਜ਼ਰੂਰ ਕਰੋ ਕਿ ਇਸ ਨੂੰ ਸੌਖੇ ਤਰੀਕੇ ਨਾਲ ਆਟੋਮੇਟ ਕੀਤਾ ਜਾ ਸਕਦਾ, ਜਿਹਨੂੰ ਆਟੋਮੇਸ਼ਨ ਬੋਲਦੇ ਆ ਆਪਾਂ। ਆਟੋਮੇਸ਼ਨ ਟੂਲ ਬਹੁਤ ਸਾਰੇ ਅੱਜ ਕੱਲ੍ਹ ਤਾਂ ਅਵੇਲੇਬਲ ਨੇ, ਠੀਕ ਹੈ। ਸੋ ਫਿਰ ਇਹਦਾ ਆਨਸਰ ਕੀ ਹੋ ਗਿਆ, ਆਪਾਂ ਨੂੰ ਪੁੱਛਿਆ ਕੀ ਸੀਗਾ ਉਹਨੇ, फाइंड द एंड ऑफ द डॉक्यूमेंट। एंड ऑफ द डॉक्यूमेंट सीगा कंट्रोल एंड, ऑल्ट एंड कुछ भी नहीं एग्जिस्ट नहीं करता, ये कोई भी शॉर्टकट नहीं हुंदा। तो आंसर फिर इहदा बी है। इस तो बिना होर भी शॉर्टकट बनते हैं, होम फ्रंट ते पिछे जाने वाले आपां देखदे हां। मूव द कर्सर वन वर्ड टू द लैफ्ट, जे एक शब्द लैफ्ट ते जाना होवे तां कंट्रोल प्लस लैफ्ट एरो, जे राइट ते जाना कंट्रोल प्लस राइट एरो, जे कर्सर वन पैराग्राफ उपर जाना कंट्रोल प्लस अप एरो, ते जे एक पैराग्राफ थले जाना कंट्रोल प्लस डाउन एरो, ठीक है। इन्ना क आपां करके देख लैंदे हां भी गल बनी है कि नहीं। जे हुण आपां इत्थे आ, थोड़ा जिहा साइज छोटा कर लैंदे हां, तो पैराग्राफ ना वड्डे ने थोड़े जे आइडेंटिफाई नहीं हो रहे, आपां पैराग्राफ ही नवां बना लैंदे हां। आ सीगा शुरू च चलदे आपां कंट्रोल होम, तो इत्थों आप नवा पैरा बना लें भी अपन दिखे। देखो ये दूजा पैरा हो गया, ये अपना तीजा पैरा हो गया। हुण आप कह रहे सीगे भी कंट्रोल लैफ्ट एरो, आ देखो ऑन स्क्रीन कीबोर्ड दी देख लेने। सपोज करो आप इत्थे आ, वर्ड ते आ, आ वाले वर्ड ते आ, देखो आप सिलेक्ट किया, सिलेक्ट चाहे ना भी करो, इत्थे आ तो कंट्रोल ते लैफ्ट एरो, आ देखो आ लैफ्ट एरो है ना, आ राइट एरो है, कंट्रोल लैफ्ट एरो। तो देखो
वन वर्ड अगे जाता जाता कंट्रोल लैफ्ट एरो कंट्रोल ही दबता 2 बारी कंट्रोल लैफ्ट एरो कंट्रोल लैफ्ट एरो प्रोड्यूस के अगे आ गया। हुण स्पेस भी तो एक वर्ड दी है ना प्रोफैशनली दे एंड ते जाओ अगे जाऊगा देखो कंट्रोल लोका देखो कंट्रोल डॉक्यूमेंट कंट्रोल लैफ्ट एरो अगे जाता है। मैनूं लगदा तुहानूं गल क्लीयर हो गई होनी भी जे सानूं पुछ ले एक वर्ड लैफ्ट नूं जाना तो आपां की करांगे कंट्रोल लैफ्ट एरो जे एक वर्ड राइट नूं जाना तो कंट्रोल राइट एरो कंट्रोल राइट एरो कंट्रोल राइट एरो कंट्रोल राइट एरो क्लीयर हुई गल। जो तुसीं आप करके देखोगे ज़्यादा पता लगूगा कई बार ये स्पेस नूं भी एक वर्ड कंसीडर करता कंट्रोल राइट एरो कंट्रोल राइट एरो ठीक है। सो इस तरीके दे नाल जे आपां गल करिए कंट्रोल अप एरो आ देखो पहला पैराग्राफ जे कंट्रोल डाउन एरो करांगे तो दूजे पैराग्राफ से कंट्रोल डाउन एरो करांगे तीजे पैराग्राफ से आ देखो ठीक है। सो इस तरह करके ये जिहड़ा कंट्रोल एरो ने इहदे नाल लैफ्ट राइट दे नाल तां एक वर्ड लैफ्ट राइट मूव करदा है ते अप ते डाउन दे नाल एक पैराग्राफ अप ते डाउन करदा याद रखनी है ठीक है। पूछा जा सकदा है जरूरी नहीं हैगा जो पूछे आपां नूं ओही पूछूगा हैगा काम सौखा ही है। अगे हैगा मूव दी कर्सर टू द टॉप ऑफ द नेक्स्ट पेज अगले पेज के टॉप से जाना कंट्रोल प्लस पेज डाउन ते जे डाउन ते जाना सॉरी टॉप ऑफ द प्रीवियस पेज कंट्रोल प्लस पेज अप ते जे कर्सर मूव करना है टॉप ऑफ द स्क्रीन फिर दोनों कंट्रोल ऑल्ट प्लस पेज अप ठीक है। मूव द कर्सर टू द बॉटम ऑफ द स्क्रीन कंट्रोल ऑल्ट प्लस पेज डाउन बेशक आप कंट्रोल एंड भी दबदे ने इको ही गल है ना। मूव दी कर्सर टू दी लोकेशन ऑफ द प्रीवियस रिवीजन ये देखो बहुत ज़्यादा इंपॉर्टेंट है शिफ्ट F5 ये भी आप करके देख लेने या ये नाल दा ही है कहना मूव दी कर्सर टू द लोकेशन ऑफ द लास्ट रिवीजन मेड बिफोर द डॉक्यूमेंट वाज लास्ट क्लोज्ड तुसीं किते पढ़ रहे सी उत्थे तुहाडा कर्सर सीगा डॉक्यूमेंट क्लोज करता दोबारे शिफ्ट F5 प्रेस करोगे तो आप उत्थे ही आ जाएंगे करके देखिए। हुण सपोज करो अब मैं पढ़दा आप नीचे गए इत्थों जाके मैं आ लाइन नूं कलर कर देना ਤਾਂ ਕਰਕੇ ਮੈਨੂੰ ਦੁਬਾਰੇ ਆ ਕੇ ਪਤਾ ਲੱਗ ਜੀ ਇੱਥੇ ਸੀਗੇ ਆਪਾਂ ਹੁਣ ਆਪਾਂ ਇੱਥੋਂ ਐਰੋ ਨਾਲ ਫੜ ਕੇ ਉੱਪਰ ਜਾਣ ਨੀਚੇ ਚਲੇ ਜਾਂਦੇ ਆ ਇਹ ਹੁਣ ਆਪਾਂ ਬਿਲਕੁਲ ਨੀਚੇ ਆ ਗਏ ਹੈਨਾ। ਹੁਣ ਆਪਾਂ ਦੇਖਦੇ ਆ ਵੀ ਸ਼ਿਫਟ F5 ਕਰਕੇ ਕੋਈ ਗੱਲ ਬਣਦੀ ਹੈ ਕਿ ਉਹਨੇ ਲਿਖਣ ਨੂੰ ਲਿਖਤਾ ਹੈਨਾ ਸ਼ਿਫਟ F5 ਤਾਂ ਸ਼ਿਫਟ ਇੱਥੋਂ ਫੰਕਸ਼ਨ ਕੀ F5 ਤਾਂ ਆ ਗਏ ਨਾ ਉੱਥੇ ਜਿੱਥੇ ਆਪਾਂ ਯੈਲੋ ਕੀਤਾ ਸੀ ਤਾਂ ਪ੍ਰੀਵੀਅਸ ਰੀਡ ਵਾਲੀ ਲੋਕੇਸ਼ਨ ਹੈ ਜਿਹੜੀ ਉੱਥੇ ਆਪਾਂ ਨੂੰ ਸ਼ਿਫਟ F5 ਲੈ ਜਾਊਗਾ ਹੈਨਾ। ਤਾਂ ਇੱਕ ਤੁਹਾਨੂੰ ਇੱਥੇ ਗੱਲ ਹੋਰ ਵੀ ਯਾਦ ਆ ਗਈ ਹੋਣੀ ਜਿਹੜੇ ਬੱਚੇ ਪਹਿਲਾਂ ਵੀ ਕਲਾਸਾਂ ਲਗਾ ਰਹੇ ਨੇ ਹੈਨਾ MS ਪਾਵਰ ਪੁਆਇੰਟ ਦੇ ਵਿੱਚ ਸ਼ਿਫਟ 5 ਕਾਹਦੇ ਲਈ ਯੂਜ਼ ਕੀਤਾ ਹੈ ਤੁਸੀਂ ਕਮੈਂਟ ਕਰਕੇ ਦੱਸੋ। MS ਪਾਵਰ ਪੁਆਇੰਟ ਦੇ ਵਿੱਚ ਸ਼ਿਫਟ 5 ਦੇ ਨਾਲ ਕੀ ਹੁੰਦਾ ਦੋ ਚੀਜ਼ਾਂ ਦੱਸਣੀਆਂ ਨੇ ਇੱਕ ਨੰਬਰ ਤੇ F5 ਦੇ ਨਾਲ ਕੀ ਹੁੰਦਾ ਦੋ ਨੰਬਰ ਤੇ शिफ्ट प्लस F5 बहुत ज्यादा इंपॉर्टेंट सवाल है तो पूछे जाते हैं इन MS पावर पॉइंट क्लीयर हुई गल ये तुसी कमेंट करके दसना। अगला सवाल है कहना विच ऑफ द फॉलोइंग इज ए वर्कबुक व्यू इन MS Excel 2019 MS Excel ਦੇ ਵਿੱਚ ਕਿਹੜਾ ਹੇਠ ਲਿਖਿਆਂ ਦੇ ਵਿੱਚੋਂ ਕਹਿੰਦਾ वर्कबुक ਦਾ व्यू है ਤਾਂ ਮੇਨ ਉਹਨੇ ਦੋ ਦਿੱਤੇ ਨੇ ਆਪਾਂ ਨੂੰ ਨਾਰਮਲ ਤੇ ਪੇਜ ਲੇਆਊਟ ਹੈ ਨਾ ਆਪਾਂ ਪਹਿਲਾਂ ਦਿਖਾ ਵੀ ਦਿੰਨੇ ਆ ਤੁਹਾਨੂੰ ਕਿਵੇਂ ਦੇ ਆਪਾਂ ਨੂੰ ਐਕਸਲ ਦੇ ਵਿੱਚ ਪੁੱਛ ਰਿਹਾ ਐਕਸਲ ਦੇ ਵਿੱਚ ਜਾਵਾਂਗੇ ਇਹਦੇ ਵਿੱਚ ਵੀ ਪਾਵਰ ਪੁਆਇੰਟ ਦੇ ਵਿੱਚ ਵੀ ਵਿਊ ਹੁੰਦਾ ਵਰਡ ਦੇ ਵਿੱਚ ਵੀ ਹੁੰਦਾ ਤਾਂ ਵਿਊ ਦੇ ਵਿੱਚ ਜਾਵਾਂਗੇ ਆ ਦੇਖੋ ਨਾਰਮਲ ਵਿਊ ਹੈ पेज ब्रेक व्यू है पेज लेआउट व्यू है ते कस्टम व्यू है ठीक है। इन्हां दे भी सवाल पुछदा हुंदा वो रूलर ग्रिड लाइन फॉर्मूला बार हैडिंग ये किहड़ी टैब दे विच आउंदियां ने व्यू दे विच आउंदियां ने सारियां तुसीं कर लैणियां ने मैक्रो किहड़ी टैब दे विच आउंदा व्यू टैब दे विच आउंदा है ना पेज नंबर किहड़ी टैब दे विच आउंदे ने आपां देखांगे इंसर्ट टैब दे विच है ना। सो इक्वेशन सिंबल किहड़ी टैब ये पुछे जांदे ने सवाल तां हुण आपां नूं सवाल उहने पुछिया भी MS Excel 2019 ਦੇ ਵਿੱਚ ਕਿਹੜੇ ਵਿਊ ਨੇ ਨਾਰਮਲ ਤੇ ਪੇਜ ਲੇਆਊਟ ਨਾਰਮਲ ਵੀ ਹੈ ਪੇਜ ਲੇਆਊਟ ਵੀ ਹੈ पेज ब्रेक भी है कस्टम भी है तो आंसर फिर हो गया सी बोथ 1 एंड 2
ਹੁਣ ਇਸ ਤੋਂ ਇਲਾਵਾ ਆਪਾਂ ਨੂੰ ਪਾਵਰ ਪੁਆਇੰਟ ਦੇ ਵਿੱਚ ਵੀ ਪੁੱਛ ਸਕਦਾ ਹੈ, ਜਿਵੇਂ ਪਾਵਰ ਪੁਆਇੰਟ ਦੇ ਵਿੱਚ ਬਹੁਤ ਸਾਰੇ ਵਿਊ ਐਗਜ਼ਿਸਟ ਕਰਦੇ ਨੇ। ਨਾਰਮਲ ਵਿਊ ਹੋ ਗਿਆ, ਆਊਟਲਾਈਨ ਵਿਊ ਹੋ ਗਿਆ, ਸਲਾਈਡ ਸੌਰਟਰ ਹੋ ਗਿਆ, ਨੋਟ ਪੇਜ ਹੋ ਗਿਆ, ਰੀਡਿੰਗ ਵਿਊ ਹੋ ਗਿਆ, ਇਹ ਹੈਗੇ ਨੇ ਪ੍ਰੈਜੈਂਟੇਸ਼ਨ ਵਿਊ। ਤੇ ਇਸ ਤੋਂ ਇਲਾਵਾ ਮਾਸਟਰ ਵਿਊ ਵੀ ਐਗਜ਼ਿਸਟ ਕਰਦੇ ਨੇ, ਸਲਾਈਡ ਮਾਸਟਰ, ਹੈਂਡ ਆਊਟ ਮਾਸਟਰ, ਨੋਟ ਮਾਸਟਰ, ਇਹ ਵੀ ਪੁੱਛੇ ਜਾਂਦੇ ਨੇ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਨਾਲ ਤੁਸੀਂ ਨੋਟ ਕਰ ਲਿਓ। ਇਸ ਤੋਂ ਇਲਾਵਾ ਵਰਡ ਦੇ ਵਿੱਚ ਕਿਹੜੇ ਵਿਊ ਨੇ, ਰੀਡ ਮੋਡ ਵਿਊ ਹੋਗਾ, ਪ੍ਰਿੰਟ ਲੇਆਊਟ ਹੋ ਗਿਆ, ਵੈਬ ਲੇਆਊਟ ਹੋ ਗਿਆ, ਆਊਟਲਾਈਨ ਵਿਊ ਹੋ ਗਿਆ ਤੇ ਡਰਾਫਟ ਵਿਊ ਹੋ ਗਿਆ। ਤਾਂ ਇਹਦੇ ਵਿੱਚ ਇਹ ਚੀਜ਼ਾਂ ਆਪਾਂ ਨੂੰ ਪੁੱਛੀਆਂ ਜਾ ਸਕਦੀਆਂ। ਕਲੀਅਰ। ਅਗਲਾ ਸਵਾਲ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਫੰਕਸ਼ਨ ਆਫ ਬਰਾਊਜ਼ਰ। ਹੇਠ ਲਿਖਿਆਂ ਦੇ ਵਿੱਚੋਂ ਬਰਾਊਜ਼ਰ ਦਾ ਕਿਹੜਾ ਫੰਕਸ਼ਨ ਹੈ? ਬਰਾਊਜ਼ਰ ਕੀ ਕੰਮ ਕਰਦਾ? ਕੰਪਾਈਲ HTML ਕੋਡ, ਕੀ HTML ਕੋਡ ਨੂੰ ਕੰਪਾਈਲ ਕਰਦਾ? ਇੰਟਰਪ੍ਰੇਟ HTML ਕੋਡ, ਪ੍ਰੀ ਕੰਪਾਈਲ HTML ਕੋਡ, ਡੀਕੰਪਾਈਲ HTML ਕੋਡ। ਤਾਂ ਹੁਣ ਆਪਾਂ ਸਮਝਦੇ ਹਾਂ ਬਰਾਊਜ਼ਰ ਕੀ ਹੈ। ਤਾਂ ਬਰਾਊਜ਼ਰ ਇਜ਼ ਅ ਸੌਫਟਵੇਅਰ application that allow user to access and view web pages on the internet। ਬਰਾਊਜ਼ਰ ਜਿਹੜਾ ਹੁੰਦਾ ਇਹ ਸੌਫਟਵੇਅਰ ਐਪਲੀਕੇਸ਼ਨ ਹੁੰਦਾ ਜਿਹੜਾ ਯੂਜ਼ਰ ਨੂੰ ਐਕਸੈਸ ਕਰਨ ਦੇ ਵਿੱਚ ਜਾਂ ਵਿਊ ਕਰਨ ਦੇ ਵਿੱਚ ਵੈਬ ਪੇਜ ਇੰਟਰਨੈਟ ਤੋਂ ਹੈਲਪ ਕਰਦਾ ਹੈ ਨਾ। ਤਾਂ ਇਟਸ ਮੇਨ ਫੰਕਸ਼ਨ ਟੂ ਇੰਟਰਪ੍ਰੇਟ ਐਂਡ ਰੈਂਡਰ HTML। ਮੈਂ ਪਹਿਲਾਂ ਵਾਲੇ ਪਾਰਟਸ ਦੇ ਵਿੱਚ ਵੀ ਦੱਸਿਆ ਸੀ, ਰੈਂਡਰ HTML ਦਾ ਰੈਂਡਰ ਦਾ ਮਤਲਬ ਹੁੰਦਾ ਗ੍ਰਾਫਿਕਸ ਨੂੰ ਪ੍ਰੋਸੈਸ ਕਰਨਾ। ਮੇਨ ਫੰਕਸ਼ਨ ਇਹਦਾ ਇੰਟਰਪ੍ਰੇਟ ਕਰਨਾ ਐਂਡ ਰੈਂਡਰ ਕਰਨਾ ਕਾਸ ਨੂੰ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਕੋਡ ਟੂ ਡਿਸਪਲੇ ਵੈਬ ਕੰਟੈਂਟ ਪ੍ਰੋਪਰਲੀ। ਤਾਂ ਇਹਨਾਂ ਨੂੰ ਪ੍ਰੋਪਰਲੀ ਇੰਟਰਪ੍ਰੇਟ ਕਰਨਾ। ਜਿਵੇਂ ਮੈਂ ਤੁਹਾਨੂੰ ਦਿਖਾ ਦਿੰਦਾ ਵੀ HTML ਪੇਜ, HTML ਕੋਡਿੰਗ ਕਿਵੇਂ ਦੀ ਹੁੰਦੀ ਹੈ। ਜਿਵੇਂ ਹੁਣ ਆਪਾਂ ਕੋਈ ਵੈਬ ਪੇਜ ਖੋਲਿਆ ਹੈ ਨਾ, ਕੋਈ ਵੀ ਵੈਬ ਪੇਜ ਖੋਲਦੇ ਆ ਤਾਂ ਇੱਥੇ ਆਪਾਂ ਜਿਹਦੇ ਰਾਈਟ ਕਲਿੱਕ ਕਰਦੇ ਆ ਤਾਂ ਇੱਥੇ ਹੁੰਦਾ ਇੰਸਪੈਕਟ। ਇੰਸਪੈਕਟ ਤੇ ਆਪਾਂ ਜਾਵਾਂਗੇ ਤਾਂ ਆ ਇਹਦੀ ਕੀ ਨਿਕਲੀ, HTML ਕੋਡਿੰਗ ਨਿਕਲੀ। ਤਾਂ ਇਸ ਨੂੰ ਇੰਟਰਪ੍ਰੀਟੇਸ਼ਨ, ਹੁਣ ਡੇਟਾ ਜਿਹੜਾ ਹੈ ਵੈਬਸਾਈਟ ਤੇ ਡੇਟਾ ਇਸ ਫਾਰਮ ਦੇ ਵਿੱਚ ਪਿਆ ਹੁੰਦਾ, ਤਾਂ ਇਹਨੂੰ ਇੰਟਰਪ੍ਰੀਟ ਕੌਣ ਕਰਦਾ? ਵੈਬ ਬਰਾਊਜ਼ਰ ਕਰਦਾ। ਤਾਂ ਹੁਣ ਇਹ ਤਾਂ ਸਾਨੂੰ ਸਮਝ ਨਹੀਂ ਆਉਣਾ, ਇਹ ਤਾਂ HTML ਕੋਡਿੰਗ ਹੈ, ਸਾਨੂੰ ਸਮਝ ਨਹੀਂ ਆਉਂਦੇ। ਬਹੁਤ ਸਾਰੇ ਟੈਗ ਇਹਦੇ ਵਿੱਚ ਦਿੱਤੇ ਹੋਏ ਨੇ ਹਨਾ। ਸੋ ਇਹ ਚੀਜ਼ਾਂ ਸਾਨੂੰ ਸਮਝ ਨਹੀਂ ਆਉਂਦੀਆਂ। ਟੈਗ ਦੇ ਅੰਡਰ ਸਬ ਟੈਗਸ ਨੇ ਬਹੁਤ ਸਾਰੇ, ਕਿਵੇਂ ਇਮੇਜ ਡਿਸਪਲੇ ਹੁੰਦੀ ਹੈ, ਕਿਵੇਂ ਟਾਈਮ, ਸਾਰਾ ਕੁਝ, ਗ੍ਰਾਫਿਕਸ, ਫੋਟੋਆਂ ਹਨਾ। ਤਾਂ ਇਹਨਾਂ ਨੂੰ ਰੈਂਡਰ ਕਰਨਾ ਜਾਂ ਇੰਟਰਪ੍ਰੇਟ ਕਰਨਾ ਕਿਹਦਾ ਕੰਮ ਹੈ? ਉਹ ਬਰਾਊਜ਼ਰ ਦਾ ਕੰਮ ਹੈ। ਕਲੀਅਰ ਹੋਈ ਗੱਲ? ਤਾਂ ਇਹ ਆਪਾਂ ਪੜ੍ਹ ਰਹੇ ਸੀ। ਕਹਿੰਦਾ ਵੈਨ ਯੂ ਵਿਜ਼ਿਟ ਏ ਵੈਬਸਾਈਟ ਦੀ ਬਰਾਊਜ਼ਰ ਫੈਚਸ ਦੀ HTML ਕੋਡ ਆਫ ਦੈਟ ਵੈਬ ਪੇਜ। ਜਦੋਂ ਤੁਸੀਂ ਕਿਸੇ ਵੈਬਸਾਈਟ ਤੋਂ ਵਿਜ਼ਿਟ ਕਰਦੇ ਹੋ, ਬਰਾਊਜ਼ਰ ਉਸ ਵੈਬਸਾਈਟ ਦਾ ਕੋਡ ਕਹਿੰਦਾ ਫੈਚ ਕਰਦਾ from the server and then interpret to display text, image ਤੇ ਵੀਡੀਓ। ਕਹਿੰਦਾ ਉਹਨੂੰ ਉਸੇ ਫਾਰਮ 'ਚ ਦਿਖਾ ਦਿੰਦਾ ਇੰਟਰਪ੍ਰੇਟ ਕਰਕੇ। ਐਂਡ ਅਦਰ ਮੀਡੀਆ ਇਨ ਏ ਫਾਰਮੈਟਡ ਮੈਨਰ। ਫਾਰਮੈਟਡ ਮਤਲਬ ਸਹੀ ਤਰੀਕੇ ਨਾਲ, ਜਿੱਥੇ ਜੋ ਆਉਣਾ ਚਾਹੀਦਾ ਉਹ ਦਿਖਾ ਦਿੰਦਾ ਸਾਨੂੰ। ਤਾਂ ਬਾਕੀ ਦੀ ਆਪਸ਼ਨ ਆਪਾਂ ਦੇਖ ਲੈਂਦੇ ਹਾਂ। ਕੰਪਾਈਲ HTML ਕੋਡ ਕਿਉਂ ਗਲਤ ਹੈ? ਕੰਪਾਈਲੇਸ਼ਨ ਇਜ਼ ਏ ਪ੍ਰੋਸੈਸ ਦੈਟ ਟਰਾਂਸਲੇਟ ਹਿਊਮਨ ਰੀਡੇਬਲ ਕੋਡ ਲਾਈਕ ਪ੍ਰੋਗਰਾਮਿੰਗ ਲੈਂਗੁਏਜ ਇਨਟੂ ਮਸ਼ੀਨ ਰੀਡੇਬਲ ਕੋਡ। ਤਾਂ ਜਿਹੜੀਆਂ C ਲੈਂਗੁਏਜ ਹੈ, C++ ਹੈ, ਉੱਥੇ ਆਪਾਂ ਨੂੰ ਕੰਪਾਈਲੇਸ਼ਨ ਦੀ ਲੋੜ ਪੈਂਦੀ ਹੈ, ਟਰਾਂਸਲੇਸ਼ਨ ਦੀ। ਉੱਥੇ ਦੇ ਕੰਪਾਈਲਰ, ਇੰਟਰਪ੍ਰੀਟਰ ਤੇ ਅਸੈਂਬਲਰ ਵਰਤਿਆ ਜਾਂਦਾ ਹੈ। ਕਹਿੰਦਾ ਇਨ ਕੇਸ ਆਫ HTML ਇਟ ਇਜ਼ ਨਾਟ ਕੰਪਾਈਲਡ ਇਨਟੂ ਮਸ਼ੀਨ ਕੋਡ। HTML ਦੇ ਵਿੱਚ ਸਾਨੂੰ ਮਸ਼ੀਨ ਕੋਡ ਦੇ ਵਿੱਚ ਕਨਵਰਟ ਕਰਨ ਦੀ ਲੋੜ ਨਹੀਂ ਪੈਂਦੀ। ਕਿਉਂ? ਬਿਕੋਜ਼ ਇਟ ਇਜ਼ ਏ ਮਾਰਕਅਪ ਲੈਂਗੁਏਜ ਅੰਡਰਸਟੂਡ ਡਾਇਰੈਕਟਲੀ ਬਾਈ ਦੀ ਬਰਾਊਜ਼ਰ। ਕਹਿੰਦਾ ਇਹ ਮਾਰਕਅਪ ਦਾ ਮਤਲਬ ਟੈਗਸ ਦੀ ਬਣੀ ਹੋਈ ਲੈਂਗੁਏਜ ਹੈ, ਤਾਂ ਇਹ ਡਾਇਰੈਕਟਲੀ ਬਰਾਊਜ਼ਰ ਇਹਨੂੰ ਸਮਝਦਾ। Pre-compile HTML code similar to option A, pre-compilation applies to programming language, not HTML, so it is not applicable here। ਕਹਿੰਦਾ ਇਹ pre-compilation ਵੀ ਲੈਂਗੁਏਜ ਦੇ ਵਿੱਚ ਲੱਗਦੀ ਆ, ਇੱਥੇ ਨਹੀਂ ਲੱਗਦੀ ਪ੍ਰੋਗਰਾਮਿੰਗ ਲੈਂਗੁਏਜ। ਇਟਸ ਨਾਟ ਏ ਪ੍ਰੋਗਰਾਮਿੰਗ ਲੈਂਗੁਏਜ, ਵੈਬ ਡਿਜ਼ਾਈਨਿੰਗ ਦੀ ਲੈਂਗੁਏਜ ਹੈ। Decompile HTML code, decompilation is the reverse process of compilation where machine code is translated back into a human readable code। Since HTML is not compiled into machine code, there is no decompilation involved। ਜਿਹਨੂੰ ਕਹਿੰਦਾ ਇਹ ਮਸ਼ੀਨ ਮਤਲਬ ਕਿ ਕੰਪਾਈਲ ਲੈਂਗੁਏਜ ਹੀ ਹੈ ਨਹੀਂ, ਕੰਪਾਈਲਡ ਇਨਟੂ ਮਸ਼ੀਨ ਦੇ ਵਿੱਚ ਕੀਤੀ ਨਹੀਂ ਜਾਂਦੀ, ਤਾਂ ਫਿਰ ਡੀਕੰਪਾਈਲੇਸ਼ਨ ਦਾ ਤਾਂ ਕਨਸੈਪਟ ਹੀ ਨਹੀਂ ਹੈਗਾ। ਸੋ ਫਿਰ ਇਹਦਾ ਆਨਸਰ ਹੈਗਾ B, ਇੰਟਰਪ੍ਰੇਟ HTML ਕੋਡ। ਠੀਕ ਹੈ। ਸੋ ਇਹ ਸੀਗੇ ਜਿਹੜੇ 26 ਸਤੰਬਰ 2021 ਦੇ ਆਪਾਂ ਸਵਾਲ ਦੇਖੇ ਨੇ ਸ਼ਿਫਟ 2 ਦੇ। ਸ਼ਿਫਟ 2 ਹੈ ਕਿ 1? ਸ਼ਿਫਟ ਮੈਨੂੰ ਲੱਗਦਾ ਸ਼ਾਇਦ 1 ਸੀ ਇਹ, ਸ਼ਿਫਟ 2 ਨਹੀਂ ਸੀ, ਸ਼ਿਫਟ 1 ਹੀ ਸੀ। ਹਾਂ, ਸ਼ਿਫਟ 1 ਸੀ ਇਹ, ਆਪਣੇ ਕੋਲੇ ਗਲਤੀ ਨਾਲ 2 ਪਿਆ ਹੋਇਆ।
ਤੇ ਜੇਕਰ ਤੁਸੀਂ ਚੈਨਲ ਦੇ ਨਾਲ ਪਹਿਲੀ ਵਾਰੀ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਲਾਈਕ ਬਟਨ ਵੀ ਪ੍ਰੈਸ ਕਰ ਦਿਆ ਕਰੋ, ਕਮੈਂਟ ਕਰਕੇ ਵੀ ਦੱਸਿਆ ਕਰੋ ਕਿਵੇਂ ਦਾ ਲੱਗਿਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਆਪਾਂ ਲੈ ਕੇ ਆ ਰਹੇ ਹਾਂ, ਕੰਪਿਊਟਰ ਦੇ ਵਿੱਚ ਹੋਵੇ ਚਾਹੇ ਟੈਸਟ ਸੀਰੀਜ਼ ਦੀ ਫਾਰਮ ਦੇ ਵਿੱਚ ਹੋਵੇ, ਤਾਂ ਤੁਸੀਂ ਜੁੜੇ ਰਹੋ। ਕਿਤਾਬਾਂ ਵੀ ਬਹੁਤ ਸਾਰੀਆਂ ਆਪਾਂ ਪ੍ਰਿੰਟ ਕਰ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਬੜਾ ਕੁਝ ਤੁਹਾਨੂੰ ਜ਼ਬਰਦਸਤ ਦੇਖਣ ਨੂੰ ਮਿਲੂਗਾ। ਕੰਮ ਚੱਲ ਰਿਹਾ ਆਲਰੇਡੀ ਉਹਨਾਂ ਚੀਜ਼ਾਂ ਤੇ। ਤਾਂ ਜਿਵੇਂ ਆਪਣੇ ਲਾਈਨ ਹੈ ਕਿ ਵਰਲਡ ਆਫ ਐਕੂਰੇਟ ਇਨਫੋਰਮੇਸ਼ਨ, ਤਾਂ ਇਹ ਲਾਈਨ ਤੇ ਪੂਰੇ ਉਤਰਨ ਦੇ ਲਈ ਬਹੁਤ ਕੁਝ ਕਰਨਾ ਪੈਂਦਾ। ਪ੍ਰੂਫ ਰੀਡਿੰਗ 2-2 3-3 ਵਾਰੀ, ਕੰਟੈਂਟ ਨੂੰ PDF ਨੂੰ ਵਰਡ ਦੇ ਵਿੱਚ ਕਨਵਰਟ ਕਰਨਾ, ਮੈਨੇਜਮੈਂਟ ਕਰਨੀ, ਆਰਗੇਨਾਈਜੇਸ਼ਨ ਕਰਨੀ। ਤਾਂ ਬਸ ਤੁਹਾਡੇ ਹੈਲਪ ਦੀ ਲੋੜ ਆ। ਅਗਰ ਤੁਸੀਂ ਹੈਲਪ ਕਰੋਗੇ ਤਾਂ ਆਪਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਵੀਆਂ ਲੈ ਕੇ ਆਵਾਂਗੇ। ਸੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ। ਥੈਂਕ ਯੂ।